सर मैं जिन्ने बारी तुहानूं मिलिया तुसीं बड़े खुश नज़र आउंदे हो, पर जदों चगिरदे की गल हुंदी है तुसीं उदास हो जाते हो। वजह सर ਸਾਹ ਨਾ ਆਏ ਟੌਕਸਿਨਸ ਜਿਹੜੇ ਹੈਗੇ ਹਵਾ 'ਚ ਉਹ ਤੁਹਾਡੇ ਫੇਫੜੇ ਦਾ ਬੇੜਾ ਗਰਕ ਕਰ ਰਹੇ ਨੇ। ਫੇਫੜੇ ਕਾਲੇ ਹੋ ਰਹੇ ਨੇ। ਦੋ ਅੱਖਰਾਂ 'ਚ ਬੋਲਾਂ ਤੇ ਆਵਾ ਊਤ ਗਿਆ ਸਾਡੇ ਪੂਰੇ ਜੀਵਨ ਦਾ। ਤੇ ਹੁਣੇ 2-4 ਸਾਲ ਪਹਿਲੇ ਖਬਰ ਆਈ ਸੀ ਈਜ਼ ਆਫ ਡੂਇੰਗ ਬਿਜ਼ਨਸ 'ਚ ਤੁਹਾਨੂੰ ਪਤਾ ਨਹੀਂ 30 ਜੰਪ ਮਿਲੇ ਕਿ ਕਿੰਨੇ ਮਿਲੇ। ਈਜ਼ ਆਫ ਬਰੀਥਿੰਗ ਉਹਦੇ ਬਾਰੇ 'ਚ ਕੋਈ ਚਿੰਤਾ ਨਹੀਂ। ਕਿਹੜਾ ਬੇਵਕੂਫ ਹੈ ਜਿਹੜਾ ਤੁਹਾਡੇ ਦੇਸ਼ 'ਚ ਆ ਕੇ ਬਿਜ਼ਨਸ ਕਰੇਗਾ ਜਿਹਨੂੰ ਸਾਹ ਨਹੀਂ ਆਉਂਦਾ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਸਾਡੀ ਕੈਜੂਅਲ ਅਪਰੋਚ ਹੈ, ਕੈਜੂਅਲ ਕ੍ਰਿਮੀਨਲ ਅਪਰੋਚ। ਜਿਹੜੇ IVF ਸਾਡੇ ਸੈਂਟਰ ਖੁੱਲ੍ਹਦੇ ਪਏ ਆ ਬਹੁਤ ਜ਼ਿਆਦਾ, ਕੀ ਉਹ ਇਸੇ ਚਗਿਰਦਾ ਖਰਾਬ ਦਾ ਨਤੀਜਾ ਤੁਸੀਂ ਮੰਨਦੇ ਹੋ? एब्सोल्युटली टॉक्सिक हवा का पानी का ये साडे जिस्म जा रहा है ना, तो ये साडी फर्टिलिटी नूं साडी टोटल फिजिकल हेल्थ नूं मैंटल हेल्थ नूं विजुअल हेल्थ नूं इफेक्ट नहीं कर रहा कि ਧਰਤੀ ਹੇਠਲਾ ਪਾਣੀ ਵੀ ਅਸੀਂ ਕਹਿ ਰਹੇ ਗੰਦਲਾ ਕਰ ਰਹੇ ਹਾਂ। गंदला नहीं उन्होंने पॉइजनस कर चुके हैं। ਉਹਨੂੰ ਰੋਕਿਆ ਕਿਵੇਂ ਜਾ ਸਕਦਾ ਸਰ? कौन रोकेगा? पढ़ाई लिखाई होगी तो आवाज़ उठेगी। अगर आवाज़ नहीं उठेगी तो क्या हम इतने कायरों का और इतने बेवकूफ़ों का देश हैं? नो। ਮੈਨੂੰ ਇਹ ਲੱਗਦਾ ਕਿ ਤੁਸੀਂ ਜਿਸ ਤਰੀਕੇ ਨਾਲ ਸਾਰਾ ਕੁਝ ਦੱਸਦੇ ਹੋ ਸਾਨੂੰ ਡਰ ਲੱਗਣ ਲੱਗ ਪੈਂਦਾ, ਪਤਾ ਨਹੀਂ ਮੈਂ ਸਵੇਰੇ ਉੱਠੂੰਗਾ ਕਿ ਨਹੀਂ ਉੱਠੂੰਗਾ। नो आई एम सॉरी टू से डर लगता तो ठीक हो जाते ना, डर नहीं लगता किसी को भी। ਸਵਾਲ ਇਹ ਵੀ ਹੈ ਕਿ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਤੱਕ ਜਾਂਦਾ ਹੈ, ਉੱਥੇ ਸਵਾਲ ਉੱਠਦੇ ਆ ਕਿ এনवायरमेंट ਪੋਲੂਟ ਕੌਣ ਕਰ ਰਿਹਾ? এনवायरमेंट ਪੋਲੂਟ ਕਰਦੇ ਆ ਇੰਡਸਟਰੀ ਕਰਦੀ ਹੈ, ਸਾਡੇ ਵਹੀਕਲ ਕਰਦੇ ਆ, ਪਰ ਅਸੀਂ ਵਿਲਨ ਹੈ ਕਿਸਾਨ ਨੂੰ ਬਣਾ ਕੇ ਪੇਸ਼ ਕਰਦੇ ਪਏ ਹਾਂ। किसान विलन नहीं है, इज द ग्रेटेस्ट विक्टिम ऑफ आवर सिस्टम। और विलन वो अमीरजादे हैं। सुप्रीम कोर्ट को भी छोड़ो, ये वाला कोर्ट जो आपके दिल का कोर्ट है ना। ਤੁਸੀਂ ਇੰਨੀਆਂ ਕਮੇਟੀਜ਼ ਵਿੱਚ ਰਹੇ ਹੋ, ਇੰਟਰਨੈਸ਼ਨਲ ਕਮੇਟੀਜ਼ ਵਿੱਚ ਤੁਸੀਂ ਜਾ ਕੇ ਆਏ ਹੋ, ਤੁਹਾਡੀ ਗੱਲ ਇੱਥੇ ਕੋਈ ਨਹੀਂ ਸੁਣਦਾ? अकेले चलने का दम रखिए। भाड़ में गया ज़माना अगर नहीं सुनता तो। ਸਾਡੇ ਦੇਸ਼ ਦੇ ਵਿੱਚ ਮਹਾਨ ਵਿਗਿਆਨੀ ਡਾਕਟਰ APJ ਅਬਦੁਲ ਕਲਾਮ ਰਾਸ਼ਟਰਪਤੀ ਰਹੇ ਸੀ। ਉਸ ਵੇਲੇ ਉਹਨਾਂ ਨੇ ਇੱਕ ਤੁਹਾਨੂੰ ਚਿੱਠੀ ਲਿਖੀ ਸੀ ਤੇ ਉਸ 'ਚ ਮੈਂ ਇਹ ਲਿਖਿਆ ਸੀਗਾ ਜਿਸ ਦੇਸ਼ ਦਾ ਰਾਸ਼ਟਰਪਤੀ ਅਬਦੁਲ ਕਲਾਮ ਹੋਏ ਤੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਏ, ਉੱਥੇ ਇਹ ਸੋਚ ਨਾ ਆਏ, ਜੱਜਦਾ ਨਹੀਂ, ਇੱਕ ਲਲਕਾਰ ਮਾਰੀ ਸੀਗੀ ਮੈਂ ਸਿਸਟਮ ਨੂੰ। ਤੁਸੀਂ ਕੁਦਰਤ ਦੀ ਗੋਦ ਵਿੱਚ ਪੜ੍ਹੇ ਹੋ, ਜਿਹੜੀਆਂ ਚਟਾਨਾਂ ਉਹਨਾਂ ਨਾਲ ਤੁਸੀਂ ਗੱਲਾਂ ਕਰਦੇ ਹੁੰਦੇ ਸੀ, ਤੇ ਉਹ ਗੱਲਾਂ ਦੇ ਵਿਚਾਲੇ ਕਦੇ ਮਨ ਅੱਜ ਇਹ ਕਹਿੰਦਾ ਕਿ ਮੈਂ ਕੁਝ ਗੁਣਗੁਣਾ ਲਵਾਂ? गम दिए मुस्तकिल कितना नाजुक है दिल ये न जाना, हाय हाय ना जालिम जमाना। ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਚਗਿਰਦਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ, ਸਾਡੇ ਸਾਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ, ਪਰ ਸਾਡੇ ਨੀਤੀ ਘਾੜੇ ਸਾਡੇ ਚਗਿਰਦੇ ਲਈ, ਸਾਡੇ ਸਾਹਾਂ ਲਈ ਕੀ ਕੁਛ ਕਰਦੇ ਪਏ ਆ, ਅਸੀਂ ਕੀ ਕੁਛ ਕਰਦੇ ਪਏ ਹਾਂ, ਸਾਡੀ ਜ਼ਿੰਮੇਵਾਰੀ ਕੀ ਹੈ, ਫਰਜ਼ ਕੀ ਹੈ, ਅਸੀਂ ਉਹਨਾਂ ਨੂੰ ਕਿਵੇਂ ਨਿਭਾਉਂਦੇ ਪਏ ਹਾਂ, ਇਹ ਸਭ 'ਤੇ ਚਰਚਾ ਹੋਣੀ ਲਾਜ਼ਮੀ ਹੈ। ਹਾਲਾਂਕਿ ਇਸ ਚਰਚਾ ਨੂੰ ਅਸੀਂ ਮਨਫੀ ਕੀਤਾ ਹੋਇਆ, ਪਰ ਇਹ ਚਰਚਾ ਜੋ ਛਿੜਦੀ ਹੈ ਉਦੋਂ ਕੁਦਰਤ ਯਾਦ ਕਰਾਉਂਦੀ ਹੈ ਸਾਨੂੰ, ਫਿਰ ਚਰਚਾ ਛਿੜਦੀ ਹੈ ਜਦੋਂ ਭੁਚਾਲ ਹੁੰਦੇ ਹੈ, ਜਦੋਂ ਹੜ੍ਹ ਹੁੰਦੇ ਹੈ, ਜਦੋਂ ਪ੍ਰਦੂਸ਼ਣ ਹੁੰਦਾ, ਜਦੋਂ ਮਾਸਕ ਪਾ ਕੇ ਸਾਨੂੰ ਨਿਕਲਣਾ ਪੈਂਦਾ, ਉਦੋਂ ਸਾਨੂੰ ਯਾਦ ਹੁੰਦਾ। ਕਹਿੰਦੇ ਜਦੋਂ ਔਖੇ ਵੇਲੇ ਰੱਬ ਯਾਦ ਹੁੰਦਾ ਹੈ, ਪਰਮਾਤਮਾ ਯਾਦ ਹੁੰਦਾ, ਉਦੋਂ ਹੀ ਰੱਬ ਰੱਬ ਕਰਦੇ ਹਾਂ, ਪਰ ਰੱਬ ਦੀ ਗੱਲ ਅਸੀਂ ਕਿੰਨੀ ਸੁਣਦੇ ਹਾਂ, ਕੁਦਰਤ ਨਾਲ ਅਸੀਂ ਕਿੰਨਾ ਇੱਕਮਿਕ ਹੈਗੇ ਹਾਂ, ਇਹ ਸਵਾਲ ਸਾਡੇ ਅੱਗੇ ਪਏ ਆ। ਮੈਂ ਬਹੁਤ ਜ਼ਿਆਦਾ ਕੁਛ ਨਹੀਂ ਕਹਿ ਰਿਹਾ, ਸਿੱਧਾ ਤੁਹਾਨੂੰ ਮਹਿਮਾਨ ਨਾਲ ਮਿਲਾ ਰਿਹਾ ਜਿਹੜੇ ਬਹੁਤ ਲੰਮਾ ਸਮਾਂ ਪ੍ਰੋਫੈਸਰ ਰਹੇ ਨੇ, ਅੱਜ ਵੀ ਪ੍ਰੋਫੈਸਰ ਨੇ ਉਹ, ਅਤੇ ਉਹਨਾਂ ਨੇ ਬਹੁਤ ਸਟੂਡੈਂਟਸ ਤਿਆਰ ਕੀਤੇ ਆ, ਬਹੁਤ ਰਿਸਰਚ ਕੀਤੀਆਂ, UN ਤੱਕ ਉਹਨਾਂ ਦੀ ਗੱਲ ਹੁੰਦੀ ਹੈ, ਅਤੇ ਜਿਹੜੀਆਂ ਦੁਨੀਆ ਦੀਆਂ ਲੀਡਿੰਗ ਯੂਨੀਵਰਸਿਟੀਜ਼ ਹੈ ਉਹਨਾਂ ਵਿੱਚ ਉਹਨਾਂ ਨੇ ਜਾ ਕੇ ਪੜ੍ਹਾਇਆ, ਲੈਕਚਰ ਦਿੱਤੇ ਆ, ਅਤੇ ਵੱਡੇ ਵੱਡੇ ਜਰਨਲ ਆ ਜਿਹੜੇ ਉਹਨਾਂ ਵਿੱਚ ਉਹਨਾਂ ਦੇ ਪਰਚੇ ਛਪੇ ਆ। ਮੇਰੀ ਮੁਰਾਦ ਹੈ ਪ੍ਰੋਫੈਸਰ ਅਰੁਣਦੀਪ ਆਹਲੂਵਾਲੀਆ। ਬਹੁਤ ਸਵਾਗਤ ਹੈ ਸਰ ਤੁਹਾਡਾ। ਵੈਲਕਮ ਸਰ। ਵੈਲਕਮ, ਥੈਂਕ ਯੂ ਸੋ ਮਚ। ਕੀ ਹਾਲ ਹੈ ਸਰ ਤੁਹਾਡਾ? ਬੜੀਆ ਸਰ ਮੈਂ ਜਿੰਨੇ ਵਾਰੀ ਤੁਹਾਨੂੰ ਮਿਲਿਆ ਤੁਸੀਂ ਬੜੇ ਖੁਸ਼ ਨਜ਼ਰ ਆਉਂਦੇ ਹੋ ਮੈਨੂੰ, ਪਰ ਜਦੋਂ ਚਗਿਰਦੇ ਦੀ ਗੱਲ ਹੁੰਦੀ ਹੈ ਤੁਸੀਂ ਉਦਾਸ ਹੋ ਜਾਂਦੇ ਹੋ। ਵਜ੍ਹਾ ਸਰ? ਸਾਹ ਨਾ ਆਏ ਤੇ ਤੁਹਾਨੂੰ ਪਤਾ ਹੋਏ ਐਜ਼ ਅ ਸਾਇੰਟਿਸਟ ਕਿ ਟੌਕਸਿਨਸ ਜਿਹੜੇ ਹੈਗੇ ਹਵਾ 'ਚ ਉਹ ਤੁਹਾਡੇ
ਫੇਫੜੇ ਦਾ ਬੇੜਾ ਗਰਕ ਕਰ ਰਹੇ ਨੇ, ਫੇਫੜੇ ਕਾਲੇ ਹੋ ਰਹੇ ਨੇ, ਉਹ ਤੁਹਾਡੀ ਅੱਖਾਂ ਨੂੰ ਸਾੜ ਰਹੇ ਨੇ, ਉਹ ਤੁਹਾਡੇ ਗਲੇ 'ਚ ਜਲ ਰਿਹਾ ਤੇ ਉਹ ਤੁਹਾਡੀ ਹੱਡੀਆਂ ਸਾੜ ਰਹੇ ਨੇ, ਤੁਹਾਡੀ ਨਸਾਂ ਸਾੜ ਰਹੇ ਨੇ, ਤੁਹਾਡੀ ਕਿਡਨੀਆਂ ਦਾ ਬੇੜਾ ਗਰਕ ਕਰ ਰਹੇ ਨੇ, ਤੁਹਾਡੀ ਸਕਿਨ ਦਾ ਵੀ। ਦੋ ਅੱਖਰਾਂ 'ਚ ਬੋਲਾਂ ਤੇ ਆਵਾ ਊਤ ਗਿਆ ਸਾਡੇ ਪੂਰੇ ਜੀਵਨ ਦਾ। ਕਿਉਂਕਿ ਆਪਾਂ ਸੋਚਦੇ ਹਾਂ ਕਿ ਉਹ ਚੱਲਦਾ ਹੈ, ਕੀ ਕਰ ਸਕਦੇ ਹਾਂ ਜੀ, ਉਹ ਬਹੁਤ ਹੀ ਜ਼ਿਆਦਾ ਆਪਾਂ ਕੀ ਕਰਾਂਗੇ, ਮੇਰੇ ਕਰਨ ਨਾਲ ਕੀ ਹੋਣਾ ਹੈ, ਉਹ ਸਰਕਾਰ ਕਰੇ ਨਾ। ਸਾਡਾ ਸਾਹ ਸਾਡੀ ਜ਼ਿੰਮੇਵਾਰੀ ਹੈ, ਸਰਕਾਰ ਦੀ ਵੀ ਹੈ, ਪਰ ਸਰਕਾਰ ਕਿਹਦੀ ਹੈ? ਸਾਡੀ ਹੈ। ਆਪਾਂ ਬਹੁਤ ਇੱਕ ਕਾਮਯਾਬ ਮੁਲਕ ਇੰਡੀਆ ਪਹੁੰਚ ਗਏ, ਆਪਾਂ ਚੰਦਰਮਾ 'ਤੇ ਸਕਸੈਸਫੁਲ ਹੋਏ। ਜਿਸ ਦਿਨ ਰਸ਼ੀਆ ਡਿੱਗ ਗਿਆ, ਪਾਣੀ ਡਿੱਗ ਗਏ। ਇੱਕ IT ਜਾਇੰਟ ਇੰਡੀਆ ਨੂੰ ਮੰਨਿਆ ਜਾਂਦਾ ਹੈ ਤੇ ਡਿਫੈਂਸ 'ਚ ਵੀ ਆਪਾਂ ਕਾਫੀ ਹੈਗੇ, ਇਕਨੋਮਿਕ ਪਾਵਰ ਵੀ ਆਪਾਂ ਹੈਗੇ। ਤੇ ਹੁਣੇ 2-4 ਸਾਲ ਪਹਿਲੇ ਖਬਰ ਆਈ ਸੀ ਈਜ਼ ਆਫ ਡੂਇੰਗ ਬਿਜ਼ਨਸ 'ਚ ਸਾਨੂੰ ਪਤਾ ਨਹੀਂ 30 ਜੰਪ ਮਿਲੇ ਕਿ ਕਿੰਨੇ ਮਿਲੇ। ਮੈਂ ਤਦੋਂ ਪੁੱਛਿਆ ਸੀਗਾ ਈਜ਼ ਆਫ ਬਰੀਦਿੰਗ, ਉਹਦੇ ਬਾਰੇ 'ਚ ਕੋਈ ਚਿੰਤਾ ਨਹੀਂ। ਤੁਸੀਂ ਕਹਿੰਦੇ ਈਜ਼ ਆਫ ਬਿਜ਼ਨਸ ਹੋ ਗਿਆ, ਉਹ ਕਿਹੜਾ ਬੇਵਕੂਫ ਹੈ ਜਿਹੜਾ ਤੁਹਾਡੇ ਦੇਸ਼ 'ਚ ਆ ਕੇ ਬਿਜ਼ਨਸ ਕਰੇਗਾ ਜਿਹਨੂੰ ਸਾਹ ਨਹੀਂ ਆਉਂਦਾ? ਇੱਥੇ ਕੋਈ ਡਿਪਲੋਮੈਟਾਂ ਨੂੰ ਵੇਖੋ ਤੁਸੀਂ, ਛੁੱਟੀ ਮਾਰ ਕੇ ਇੱਧਰ ਉੱਧਰ ਤੁਰ ਪੈਂਦੇ ਨੇ, ਦਿੱਲੀ 'ਚ ਰਹਿਣ ਨਹੀਂ ਕੋਈ ਰਾਜੀ। ਮੈਂ ਹੁਣੇ 2 ਦਿਨ ਲਈ ਗਿਆ ਸੀਗਾ ਦਿੱਲੀ, ਇੱਕ ਪਰਿਵਾਰ 'ਚ ਇੱਕ ਸ਼ਾਦੀ ਸੀਗੀ, ਮਜਬੂਰੀ ਸੀਗੀ। ਕੈਨੇਡਾ ਰਹਿ ਲਿਆ 4 ਮਹੀਨੇ ਤੇ ਮੇਰੀ ਤੇ ਚੰਡੀਗੜ੍ਹ 'ਚ ਮੈਨੂੰ ਸਾਹ ਨਹੀਂ ਆ ਰਿਹਾ ਸੀਗਾ ਠੀਕ ਨਾਲ, ਰਾਤੀ ਸੋਏ ਹੋਏ ਸਿਰ ਦਰਦ ਹੋ ਰਿਹਾ ਸੀਗਾ ਮੈਨੂੰ। ਮਾਸਕ ਲਾ ਕੇ ਮੈਂ ਵਿਆਹ 'ਚ ਗਿਆ ਤੇ ਫੈਮਿਲੀ ਮੈਨੂੰ ਬੋਲਣ ਲੱਗੀ ਜੋਕਰ ਲੱਗੋਗੇ ਜੇ ਮਾਸਕ ਲਾ ਕੇ। ਮੈਂ ਕਿਹਾ ਮੈਨੂੰ ਸਾਹ ਨਹੀਂ ਆਏਗਾ ਤੇ ਮੈਂ ਇੱਥੇ ਖੜਾ ਨਹੀਂ ਹੋ ਪਾਵਾਂਗਾ 3-4 ਘੰਟੇ। ਇਹ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਹੈ। ਜੇ ਅਸੀਂ ਸੋਚੀਏ ਕਿ ਕੀ ਫਰਕ ਪੈਂਦਾ, ਦੀਸ ਆਰ ਟਿਪੀਕਲ ਵਰਡਸ, ਕੀ ਫਰਕ ਪੈਂਦਾ ਹੈ, ਉਹ ਚੱਲਦਾ ਹੈ। ਇੰਨਾ ਵੱਡਾ ਪੋਲਿਊਸ਼ਨ ਦੁਨੀਆ ਦੇ 20 ਮੋਸਟ ਪੋਲਿਊਟਿਡ ਸਿਟੀਜ਼ 'ਚੋਂ ਸਾਡੇ ਕਦੇ 14 ਹੁੰਦੇ ਨੇ, 15 ਹੁੰਦੇ ਨੇ, ਕਦੇ 16 ਹੁੰਦੇ ਨੇ। ਸਾਡੀ ਨੈਸ਼ਨਲ ਕੈਪੀਟਲ ਮੋਸਟ ਪੋਲਿਊਟਿਡ ਸਿਟੀ ਆਫ ਦ ਵਰਲਡ। ਨਹੀਂ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਸਾਡੀ ਕੈਜੂਅਲ ਅਪਰੋਚ ਹੈ, ਕੈਜੂਅਲ ਕ੍ਰਿਮੀਨਲ ਅਪਰੋਚ, ਸੁਸਾਈਡਲ ਅਪਰੋਚ। ਸਾਨੂੰ ਆਪਣੇ ਛੋਟੇ ਛੋਟੇ ਬੱਚਿਆਂ ਦੀ, ਬਜ਼ੁਰਗਾਂ ਦੀ, ਬਿਮਾਰ ਲੋਕਾਂ ਦੀ ਜਿਹੜੇ ICU 'ਚ ਪਏ ਨੇ, ਉਹਨਾਂ ਦੀ ਵੀ ਚਿੰਤਾ ਨਹੀਂ ਹੈ। ਅਦਰਵਾਈਜ਼ ਇੰਨਾ ਵੱਡਾ ਆਰਡਰ ਸੁਪਰੀਮ ਕੋਰਟ ਦਾ ਕਿ ਤੁਸੀਂ ਪਟਾਕੇ ਨਹੀਂ ਵਜਾਣੇ ਜੀ, ਬਹੁਤ ਪੋਲਿਊਸ਼ਨ ਹੈ ਦਿੱਲੀ 'ਚ। ਤਾਂ ਉਸ ਦਿਨ ਆਪਾਂ ਕੀ ਕੀਤਾ? ਮਾਰੀ ਠੋਕਰ ਆਪਾਂ ਸੁਪਰੀਮ ਕੋਰਟ ਦੇ ਆਰਡਰ ਨੂੰ। ਉਹ ਛੱਡੋ, ਸੁਪਰੀਮ ਕੋਰਟ ਨੇ ਕਿਹੜਾ ਠੇਕਾ ਲਿਆ ਤੁਹਾਡਾ। ਤੁਸੀਂ ਮਾਰੀ ਠੋਕਰ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਬਜ਼ੁਰਗਾਂ ਨੂੰ। ਇਸ ਤੋਂ ਵੱਡੀ ਬੇਵਕੂਫੀ ਕੋਈ ਹੋ ਨਹੀਂ ਸਕਦੀ। ਮੈਂ ਇਸ ਦਾ ਸਾਰਾ ਦੋਸ਼ ਆਪਣੇ ਐਜੂਕੇਸ਼ਨਲ ਫੇਲੀਅਰ ਨੂੰ ਦਿੰਦਾ। ਪੜ੍ਹਾ ਨਹੀਂ ਸਕੇ ਸੀ ਠੀਕ ਪਰਿਆਵਰਨ ਦੀ ਗੱਲ, ਕਹਿ ਨਹੀਂ ਸਕੇ ਠੀਕ ਤਰ੍ਹਾਂ ਦੇ, ਨਹੀਂ ਤੇ ਤੁਹਾਡੇ ਹੀ ਇੰਟਰਸਟ ਦੀ ਗੱਲ, ਉਸ ਨੂੰ ਤੁਸੀਂ ਇਗਨੋਰ ਕਰੋ। ਤੁਹਾਡੇ ਹੀ ਪਰਿਵਾਰ ਦਾ ਸੈਲਫ ਇੰਟਰਸਟ, ਉਹਨੂੰ ਇਗਨੋਰ ਕਰੋ। ਐਨਲਾਈਟਨਡ ਸੈਲਫ ਇੰਟਰਸਟ ਵੀ ਹੁੰਦਾ, ਇੱਕ ਜਾਗਰੂਕਤਾ ਫੈਲਾਉਣ ਦੀ। ਤੇ ਛੱਡੋ ਆਪਣੀ ਅੱਜ ਤਾਂ ਦੀਵਾਲੀ ਹੈ ਜੀ, ਉਹ ਸਾਡਾ ਧਰਮ ਕਹਿੰਦਾ ਦੀਵਾਲੀ ਮਨਾਓ। ਮੈਨੂੰ ਤਾਂ ਨਹੀਂ ਧਿਆਨ ਪੈਂਦਾ ਕਿ ਕੋਈ ਰਾਮਚੰਦਰ ਜੀ ਨੇ ਕਦੇ ਕੋਈ ਜ਼ਿਕਰ ਆਇਆ ਹੋਇਆ ਆਪਣੇ ਪੂਰੇ ਕਿਸੇ ਰਮਾਇਣ 'ਚ ਕਿੱਥੇ ਵੀ ਪਟਾਕੇ ਫੋੜੇ ਗਏ ਸੀਗੇ ਕਿ ਪ੍ਰਦੂਸ਼ਣ ਕੀਤਾ ਗਿਆ ਸੀਗਾ। ਹੈ ਕੋਈ ਮੰਨਣਾ ਕਿ ਪ੍ਰਦੂਸ਼ਣ ਕਰਨਾ, ਪਟਾਕੇ ਫੋੜਨਾ? ਪਰ ਪ੍ਰਸਭ ਇੱਕ ਸਾਡਾ ਕਮਰਸ਼ਲਾਈਜੇਸ਼ਨ ਹੋ ਗਈ ਹੈ, ਬਜ਼ਾਰੂਕਰਨ। ਜਦੋਂ ਅਸੀਂ ਬਜ਼ਾਰੀਕਰਨ ਦੇ ਪ੍ਰਭਾਵ ਹੇਠ ਰਹਿੰਦੇ ਹਾਂ, ਉਦੋਂ ਸਾਡੇ ਉੱਤੇ ਇੰਡਸਟਰੀ ਬਹੁਤ ਹਾਵੀ ਹੈ ਜਿਹੜੀ ਸਾਨੂੰ ਕੰਟਰੋਲ ਕਰ ਰਹੀ ਹੈ। ਕਿਉਂ ਹਾਵੀ ਹੈ? ਕਿਉਂ ਹਾਵੀ ਹੈ? ਕੁਐਸਚਨ ਹੈ, ਕਿਉਂ ਹਾਵੀ ਹੈ? ਆਰ ਵੀ ਅ ਬੰਚ ਆਫ ਫੂਲਸ ਐਜ਼ ਅ ਨੇਸ਼ਨ? ਕਿਉਂ ਹਾਵੀ ਹੈ? ਔਰ ਉਹ ਵੀ ਜਿਹੜੇ ਹਾਵੀ ਨੇ
ਉਹ ਕਿਹੜੇ ਸਿਲੰਡਰ ਪਿੱਛੇ ਲਾ ਕੇ ਸਾਹ ਲੈ ਰਹੇ ਨੇ, ਉਹਨਾਂ ਦੇ ਵੀ ਬੱਚੇ ਨੇ, ਉਹਨਾਂ ਦੇ ਵੀ ਬਜ਼ੁਰਗ ਨੇ। ਉਹ ਜਿਹੜੇ ਨੈਸ਼ਨਲ ਲੀਡਰ ਸਾਡੇ ਨੂੰ ਇਗਨੋਰ ਮਾਰ ਰਹੇ ਨੇ, ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਇਹਨੂੰ ਇਗਨੋਰ ਮਾਰ ਰਹੇ ਨੇ, ਉਹ ਸਾਹ ਕਿੱਦਾਂ ਲੈਂਦੇ ਨੇ? ਸੈਰ ਤੇ ਕਰਨੀ ਪੈਂਦੀ ਹੈ ਨਾ, ਨਹੀਂ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਹੋਏਗਾ, ਕੋਲੇਸਟ੍ਰੋਲ ਵਧੇਗਾ, ਨੀਂਦ ਨਹੀਂ ਆਏਗੀ, ਵੈਸੇ ਹੀ ਮਰ ਜਾਓਗੇ। ਤੇ ਸਾਹ ਹਰ ਇੱਕ ਨੇ ਲੈਣਾ ਹੈ, ਫਿਰ ਵੀ ਅਸੀਂ ਕਹਿੰਦੇ ਹਾਂ ਕਿ ਨਹੀਂ ਜੀ, ਕੀ ਕਰ ਸਕਦੇ ਹਾਂ? ਮੈਨੂੰ ਫਰਕ ਪੈਂਦਾ ਹੈ। ਮੈਨੂੰ ਇੱਕ ਚੀਜ਼ ਦੱਸੋ ਡਾਕਟਰ ਸਾਹਿਬ, ਤੁਸੀਂ ਬਹੁਤ ਯੂਨੀਵਰਸਿਟੀ ਵਿੱਚ ਗਏ ਹੋ, ਅਮਰੀਕਾ, ਯੂਰਪ ਦੀਆਂ, ਕੈਨੇਡਾ ਵਗੈਰਾ, ਸਵੀਡਨ ਤੱਕ ਤੁਸੀਂ ਜਾ ਕੇ ਆਏ ਹੋ। ਮੈਂ ਇੱਕ ਚੀਜ਼ ਸਮਝਣਾ ਚਾਹੁੰਦਾ, ਤੁਸੀਂ ਇੱਕ ਸਵਾਲ ਖੜਾ ਕਰਤਾ ਕਿ ਅਸੀਂ ਐਜੂਕੇਟ ਨਹੀਂ ਕਰ ਸਕੇ। ਨਹੀਂ ਕਰ ਸਕੇ ਸਰ, ਐਜੂਕੇਟ ਕੀਤਾ ਕਿੰਨੇ? ਫਿਰ ਅਸੀਂ ਤਾਂ ਪੈਰਿਸ ਜਲਵਾਯੂ ਸਮਝੌਤੇ ਦੀ ਵੀ ਗੱਲ ਕਰਦੇ ਹਾਂ, ਉੱਥੇ ਵੀ ਸਵਾਲ ਉੱਠਦੇ ਆ। ਸਾਡਾ ਐਜੂਕੇਸ਼ਨਲ ਸਿਸਟਮ ਅਜੇ ਵੀ ਸਿੰਸੀਅਰ ਔਰ ਸੀਰੀਅਸ ਨਹੀਂ ਹੋਇਆ। ਤੁਸੀਂ ਸਿਰਫ ਇੰਡੀਆ ਦੇ ਐਜੂਕੇਸ਼ਨ ਸਿਸਟਮ ਦੀ ਗੱਲ ਕਰ ਰਹੇ ਹੋ ਜਾਂ ਵਰਲਡ ਦੇ ਐਜੂਕੇਸ਼ਨ ਸਿਸਟਮ ਦੀ ਗੱਲ ਕਰ ਰਹੇ ਹੋ? ਮੇਰੇ ਖਿਆਲ 'ਚ ਆਪਾਂ ਤੇ ਆਪਣਾ ਇੰਡੀਆ ਵੇਖ ਲਈਏ ਪਹਿਲੇ ਨਾ, ਦੂਜਿਆਂ ਨੂੰ ਨਹੀਂ। ਤੇ ਉਹਨਾਂ ਨੇ ਕਹਿਣਾ ਜੀ ਉੱਧਰ ਵੀ ਹੈਗਾ, ਇੱਧਰ ਵੀ ਹੈਗਾ, ਤੇ ਫਿਰ ਕੀ ਹੋਇਆ ਜੇ ਸਾਡੇ ਵੀ ਹੈਗਾ? ਇਹ ਗੱਲ ਨਹੀਂ ਹੈ। ਜੇ 20 ਮੋਸਟ ਪੋਲਿਊਟਡ ਸਿਟੀਜ਼ ਚੋਂ 16 ਜਾਂ 15 ਸਾਡੀਆਂ ਨੇ, ਫਿਰ ਬਿਗੇਸਟ ਕਲਪ੍ਰਿਟ ਇਜ਼ ਆਵਰ ਕੰਟਰੀ। ਚਲੋ ਮੈਂ ਇੱਕ ਛੋਟਾ ਜਿਹਾ ਵਕਫਾ ਲੈ ਕੇ ਵਾਪਸ ਆਉਣਾ। ਪ੍ਰੋਫੈਸਰ ਅਰੁਣਦੀਪ ਆਹਲੂਵਾਲੀਆ ਜਿਓਲੋਜਿਸਟ ਨੇ, ਇਨਵਾਇਰਮੈਂਟਲਿਸਟ ਨੇ, ਬਹੁਤ ਚਿੰਤਤ ਰਹਿੰਦੇ ਨੇ। ਪਰ ਇਸ ਚਿੰਤਾ ਦੇ ਵਿਚਾਲੇ ਜਦੋਂ ਅਸੀਂ ਚਗਿਰਦੇ ਬਾਰੇ ਸੋਚਦੇ ਹਾਂ, ਵਿਚਾਰਦੇ ਹਾਂ, ਹਵਾ ਪਾਣੀ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ, ਹਾਲਾਂਕਿ ਮਿੱਟੀ ਵਿੱਚ ਵੀ ਪ੍ਰਦੂਸ਼ਣ ਹੈ ਤੇ ਧਰਤੀ ਦੇ ਹੇਠਾਂ ਵੀ ਪ੍ਰਦੂਸ਼ਣ ਫੈਲਾਇਆ ਜਾ ਰਿਹਾ, ਪਾਣੀ ਵਿੱਚ ਵੀ ਹੈਗਾ। ਬਹੁਤ ਸਾਰੇ ਸਵਾਲ ਹੈ, ਉਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਲੈਣ ਦੀ ਕੋਸ਼ਿਸ਼ ਕਰਾਂਗੇ। ਕੋਸ਼ਿਸ਼ ਇਹੀ ਹੈ ਕਿ ਅਸੀਂ ਜਾਗਰੂਕ ਹੋ ਜਾਈਏ। ਵਾਪਸ ਆ ਰਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਤੁਸੀਂ ਮਸੂਰੀ ਰਹਿ ਕੇ ਪੜ੍ਹਾਈ ਕੀਤੀ ਹੈ, ਰਿਸਰਚ ਕੀਤੀ ਹੈ ਉੱਥੇ। ਮਸੂਰੀ ਮੇਰਾ PhD ਏਰੀਆ। ਤੁਹਾਡਾ PhD ਤੁਸੀਂ ਉੱਥੇ ਕੀਤੀ ਹੈ, ਰਿਸਰਚ ਕੀਤੀ ਸਾਰੀ ਉੱਥੇ। ਅਸੀਂ ਇਹ ਮੰਨਦੇ ਹਾਂ ਕਿ ਉੱਥੇ ਵਾਤਾਵਰਨ ਬਹੁਤ ਅੱਛਾ, ਅਸੀਂ ਸਾਰੇ ਮੰਨ ਕੇ ਚੱਲਦੇ ਸੀ। ਜਦੋਂ ਤੁਸੀਂ ਉੱਥੇ ਰਹੇ ਹੋ ਜਿਹੜੇ ਸਾਲਾਂ 'ਚ, ਉਦੋਂ ਤਾਂ ਬਹੁਤ ਖੂਬਸੂਰਤ ਹੋਊਗਾ। ਗਜਬ। ਅੱਜ ਮਸੂਰੀ ਜਾਓ, ਨੈਨੀਤਾਲ ਜਾਓ, ਸੋਲਨ ਜਾਓ, ਸ਼ਿਮਲਾ ਜਾਓ, ਕੋਈ ਅਜਿਹੀ ਥਾਂ ਨਹੀਂ ਹੈਗੀ ਜਿੱਥੇ ਆਪਾਂ ਪੱਤੇ ਨਹੀਂ ਜਲਾ ਰਹੇ, ਸਾੜ ਰਹੇ, ਜਾਂ ਕੋਈ ਕਿਤੇ ਨਾ ਕਿਤੇ ਅੱਗ ਨਹੀਂ ਲੱਗੀ ਤੇ ਗੱਡੀਆਂ ਧੂਆਂ ਨਹੀਂ ਸੁੱਟ ਰਹੀਆਂ ਰੱਜ ਕੇ। ਫਿਰ ਵੀ ਸੋਲੂਸ਼ਨ ਹੋ ਸਕਦਾ ਸੀਗਾ ਜੇ ਆਪਾਂ ਦਿੱਲੀ ਦੇ ਅੱਗੇ ਨੋਇਡਾ ਤੇ ਉਧਰੋਂ ਗੁੜਗਾਉਂ ਤੇ ਗ੍ਰੇਟਰ ਗੁੜਗਾਉਂ, ਗ੍ਰੇਟਰ ਨੋਇਡਾ, ਰੋਹਿਣੀ, ਇੰਨੇ ਸਿਆਪੇ ਨਾ ਪਾਏ ਹੁੰਦੇ, ਦਿੱਲੀ ਦਾ ਬੇੜਾ ਗਰਕ ਨਾ ਕੀਤਾ ਹੁੰਦਾ। ਜੇ ਆਪਾਂ ਇਹ ਸਾਰੇ ਸ਼ਹਿਰ ਸਪਰੈਡ ਆਊਟ ਕਰਕੇ ਆਪਾਂ ਅਗਰ ਪੂਰੇ ਹਿਮਾਲਿਆ 'ਚ ਵਸਾਏ ਹੁੰਦੇ ਤੇ ਸਾਡਾ ਪੂਰਾ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਾ ਦਾ ਪੂਰਾ ਸਾਡਾ ਹਿੱਲੀ ਏਰੀਆ ਵਿਕਾਸ ਕਰਦਾ, ਲੋਕਾਂ ਦਾ ਕਲਿਆਣ ਹੁੰਦਾ, ਤੇ ਦਿੱਲੀ ਵਿੱਚ ਜਿਹੜਾ ਇਹ ਗੈਸ ਚੈਂਬਰ ਬਣਿਆ ਹੈ ਇਹ ਨਾ ਬਣਦਾ। ਨਹੀਂ, ਸਾਡੇ ਡਿਵੈਲਪਮੈਂਟ ਮਾਡਲ 'ਚ ਪ੍ਰੋਬਲਮ ਹੈ। ਐਬਸੋਲੂਟਲੀ। ਇਕਨੋਮਿਕ ਲਾਲਚ ਵਿੱਚ ਹਰ ਕੋਈ ਕਹਿੰਦਾ ਇੱਥੇ ਹੀ ਕਰ ਲਈਏ, ਦਿੱਲੀ ਦੇ ਆਸ-ਪਾਸ ਹੀ। ਪਹਿਲੇ ਦਿੱਲੀ 'ਚ ਵੜੇ ਸੀਗੇ, ਹੁਣ ਕਹਿੰਦੇ ਚਲੋ ਗੁੜਗਾਉਂ ਸਹੀ, ਉਹ ਨੋਇਡਾ ਸਹੀ, ਇੱਥੇ ਹੀ। ਤੇ ਜਿੱਥੇ ਗਏ ਜਾਂ ਫਿਰ ਸੜਕਾਂ ਬਣਾਓ, ਕਰੋੜਾਂ ਆਪਾਂ ਰੁੱਖ ਕੱਟੇ ਨੇ, ਪਹਾੜਾਂ ਦਾ ਬੇੜਾਗਰ ਕੀਤਾ ਹੈ, ਨਦੀ ਨਾਲੇ ਚਸ਼ਮੇ ਬਰਬਾਦ ਕੀਤੇ ਨੇ। ਅਕਲਮੰਦ ਲੋਕ ਜਿਹੜੇ ਥੋੜ੍ਹਾ ਜਿਹਾ ਜਾਗਰੂਕ ਨੇ ਚੁਗਿਰਦੇ ਬਾਰੇ, ਉਹ ਪੇੜਾਂ ਤੇ ਇਰਦ ਗਿਰਦ ਆਪਣਾ ਘਰ ਬਣਾਉਂਦੇ ਨੇ। ਮੈਂ ਇਹੋ ਜਿਹੇ ਵੇਖੇ ਨੇ ਜਿਨ੍ਹਾਂ ਨੇ ਪੇੜ ਨਹੀਂ ਕੱਟਿਆ, ਦੀਵਾਰ 'ਚ ਇੱਕ ਸੁਰਾਖ ਰੱਖਿਆ ਤੇ ਪੇੜ ਉਸ ਤੋਂ ਜਾ ਰਿਹਾ। ਮੈਂ ਕਸੌਲੀ 'ਚ ਇਹੋ ਜਿਹਾ ਘਰ ਵੇਖਿਆ ਕਿ ਛੱਤ ਦੇ ਵਿੱਚੋਂ ਇੱਕ ਰੁੱਖ ਬਾਹਰ ਨਿਕਲ ਰਿਹਾ, ਉਹਨੂੰ ਕੱਟਿਆ ਨਹੀਂ ਉਹਨਾਂ ਨੇ। ਆਪਾਂ ਪਹਿਲਾ ਕੰਮ ਕੀ ਕਰਦੇ ਹਾਂ ਕਿ ਜੈਸੇ ਹੀ ਆਰਕੀਟੈਕਟ ਨੇ ਕਿਹਾ ਇਹ ਨਕਸ਼ਾ ਹੈ, ਓਕੇ ਜੀ ਕੱਟੋ ਕੱਟੋ ਕੱਟੋ। ਉਸ 'ਚ ਬੱਚੇ ਬਹਿ ਗਏ ਜਿਹੜੇ ਕੁਝ ਸਾਲ ਪਹਿਲੇ, 5-6 ਸਾਲ ਪਹਿਲੇ, ਉਹਨਾਂ ਨੇ ਜੱਫੀ ਪਾਈ ਪੇੜਾਂ ਨੂੰ, ਚਿਪਕੋ ਅੰਦੋਲਨ ਚਲਾਇਆ ਬੱਚਿਆਂ ਨੇ ਜੀ, ਤੇ ਸੁਪਰੀਮ ਕੋਰਟ ਪਹੁੰਚ ਗਏ। ਮੈਂ ਉਸ ਦਿਨ ਕਿਹਾ ਵੀ ਸਲਾਮ ਇਹਨਾਂ ਬੱਚਿਆਂ ਨੂੰ, KP ਜਿਸ ਦਿਨ ਇਹ ਦੇਸ਼ ਥੋੜ੍ਹੀ ਜਿਹੀ ਅਕਲ ਸਿੱਖੇਗਾ, ਇਹ ਬੱਚੇ ਸਿਖਾਉਣਗੇ। ਮੇਰਾ ਸਿੱਧਾ ਦਾ ਫਾਰਮੂਲਾ ਹੈ, ਜੇ
ਪ੍ਰੋਫੈਸਰ ਲੋਕ ਖਾਲੀ ਆਪਣੀ ਰਿਸਰਚ ਕਰਨਗੇ ਤੇ ਪੇਪਰ ਛਾਪਣਗੇ ਰਿਸਰਚ ਦੇ ਤੇ MSc BSc ਨੂੰ ਪੜ੍ਹਾਉਣਗੇ, ਨਹੀਂ ਚੱਲੇਗਾ ਗੁਜ਼ਾਰਾ। ਸਾਡਾ ਫਰਜ਼ ਬਣਦਾ ਹੈ ਕਿ ਸਕੂਲਾਂ 'ਚ ਛੋਟੇ ਬੱਚਿਆਂ ਨੂੰ ਇਹ ਜਾਗਰੂਕਤਾ ਦਈਏ ਤੇ ਬੜੇ ਸੈਂਸਿਟਿਵ ਤਰੀਕੇ ਨਾਲ, ਅਕਲਮੰਦੀ ਨਾਲ ਦਈਏ, ਅਸਰਦਾਰ ਤਰੀਕੇ ਨਾਲ ਦਈਏ। ਜੇ ਬੱਚੇ ਸਿੱਖ ਗਏ ਉਹ ਪੂਰੇ ਦੇਸ਼ ਨੂੰ, ਸਾਰੇ ਜਿੰਨੇ ਵੱਡੇ ਵੱਡੇ ਬਣੇ ਫਿਰਦੇ ਨੇ ਉਹਨਾਂ ਨੂੰ ਸਿੱਧੇ ਕਰ ਦੇਣਗੇ। ਨਹੀਂ, ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਬੱਚੇ ਸਾਰਿਆਂ ਨੂੰ ਪਤਾ ਦੇਸ਼ ਦਾ ਭਵਿੱਖ ਨੇ। ਬੱਚੇ ਆਰ ਦ ਬੈਸਟ ਟੀਚਰਸ। ਇੱਕ ਬੱਚੇ ਨੂੰ ਸਿਖਾ ਕੇ ਵੇਖੋ ਨਾ, ਘਰ 'ਚ ਜਾ ਕੇ ਪੂਰੇ ਖਾਨਦਾਨ ਨੂੰ ਸਿਖਾ ਕੇ ਰੱਖ ਦੇਗਾ ਬੱਚਾ, ਜਿਹੜਾ ਚੌਥੀ 'ਚ ਵੀ ਜਾਂ ਦੂਜੀ ਤੀਜੀ ਵੀ ਪੜ੍ਹਦਾ ਹੋਏਗਾ। 10 ਸਾਲ ਦਾ ਬੱਚਾ ਵੀ ਘਰ ਆ ਕੇ ਸਾਰੇ ਖਾਨਦਾਨ ਨੂੰ ਸਿੱਧਾ ਕਰ ਦਿੰਦਾ। ਤੁਸੀਂ ਗੱਲ ਬਿਲਕੁਲ ਸਹੀ ਕਹਿ ਰਹੇ ਹੋ, ਪਰ ਸਾਡੇ ਦੇਸ਼ ਵਿੱਚ ਤਾਂ ਬੱਚੇ ਬਹੁਤ ਪੈਦਾ ਹੋ ਰਹੇ ਆ, ਪਾਪੂਲੇਸ਼ਨ ਇੰਨੀ ਹੈ। ਮੈਂ ਕਹਿੰਦਾ ਉਹ ਇੱਕ ਅਲੱਗ ਇਸ਼ੂ ਹੈ, ਬੱਚੇ ਪੈਦਾ ਹੋ ਰਹੇ ਨੇ ਕਿ ਨਹੀਂ ਹੋ ਰਹੇ ਅਲੱਗ ਇਸ਼ੂ ਹੈ। ਇੱਕ ਉਹ ਵੀ ਇਸ਼ੂ ਹੈ ਕਿ ਬੱਚੇ ਪੈਦਾ ਨਹੀਂ ਹੋ ਰਹੇ। ਇੰਨੀ ਸਟ੍ਰੈਸ ਹੈ, ਇੰਨਾ ਪੋਲਿਊਸ਼ਨ ਹੈ, ਆਉਣ ਵਾਲੇ ਵਕਤ ਬੱਚੇ ਪੈਦਾ ਨਹੀਂ ਹੋਣਗੇ। ਜਿਹੜੇ ਪੈਦਾ ਹੋਣਗੇ ਬਿਮਾਰ ਪੈਦਾ ਹੋਣਗੇ। ਅਗਲੀ ਪੀੜ੍ਹੀ ਦੇ ਅਗਲੇ ਵਾਲੇ ਜਿਹੜੇ ਬੱਚੇ ਪੈਦਾ ਹੋਣਗੇ ਉਹ ਪੈਦਾ ਹੋਏ ਤੇ ਇੰਨੇ ਬਿਮਾਰ ਪੈਦਾ ਹੋਣਗੇ ਕਿ ਗਾਲਾਂ ਕੱਢਣਗੇ ਆਪਣੇ ਬਜ਼ੁਰਗਾਂ ਨੂੰ ਕਿ ਇੰਨੇ ਬੇਵਕੂਫ ਕਿਉਂ ਸੀਗੇ ਸਾਡੇ ਬਜ਼ੁਰਗ, ਜਿਨ੍ਹਾਂ ਨੇ ਸਾਡੇ ਪੂਰੇ ਜੀਵਨ ਵਿੱਚ ਜ਼ਹਿਰ ਘੋਲ ਕੇ ਰੱਖਤਾ। ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਇਹ ਹੋ ਸਕਦਾ ਤੁਹਾਡਾ ਮੁੱਦਾ ਜਿਹੜਾ ਹੈਗਾ ਇਹ ਸਭ ਤੋਂ ਵੱਡਾ ਪੁੰਨ ਕੀ ਹੁੰਦਾ ਹੈ? ਬੇਜ਼ੁਬਾਨ ਲਈ ਜ਼ੁਬਾਨ ਉਠਾਣਾ, ਆਵਾਜ਼ ਉਠਾਣਾ। ਜਿਹੜੇ ਪੈਦਾ ਨਹੀਂ ਹੋਏ ਉਹ ਵਿਚਾਰੇ ਕੀ ਬੋਲਣਗੇ? ਉਹਨਾਂ ਲਈ ਬੋਲੋ ਨਾ ਕਿ ਕਿਉਂ ਤੁਸੀਂ ਜ਼ਹਿਰ ਪਾ ਰਹੇ ਹੋ ਪਾਣੀ 'ਚ ਤੇ ਹਵਾ 'ਚ। ਉਹ ਵਿਚਾਰੇ ਕਿਵੇਂ ਪੈਦਾ ਹੋਣਗੇ? ਜੇ ਹੋ ਗਏ ਤਾਂ ਕੀ ਜੀਵਨ ਹੋਏਗਾ ਉਹਨਾਂ ਦਾ? ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਡਾਕਟਰ ਸਾਹਿਬ। ਇਹ ਸਵਾਲ ਹਾਲਾਂਕਿ ਤੁਹਾਡੇ ਇਸ ਪੂਰੇ ਕਨਸੈਪਟ ਦੇ ਨਾਲ ਜੋ ਕੰਟੈਕਸਟ ਨਹੀਂ ਕਰਦਾ ਪਿਆ, ਪਰ ਫਿਰ ਵੀ ਮੈਂ ਸਵਾਲ ਕਰਨਾ ਚਾਹੁੰਦਾ। ਜਦੋਂ ਅਸੀਂ ਇਹ ਸਵਾਲ ਕਰਦੇ ਹਾਂ ਕਿ ਬੱਚੇ ਬਿਮਾਰ ਪੈਦਾ ਹੋਣਗੇ, ਪਾਪੂਲੇਸ਼ਨ ਸਾਡੇ ਬਹੁਤ ਜ਼ਿਆਦਾ, ਤੁਸੀਂ ਕਹਿ ਰਹੇ ਹੋ ਕਿ ਪਾਪੂਲੇਸ਼ਨ ਇੱਕ ਵੱਖਰਾ ਵਿਸ਼ਾ ਹੈ, ਪਰ ਬੱਚੇ ਨਹੀਂ, ਮੈਂ ਉਸ ਨੂੰ ਵਿਸ਼ੇ ਨੂੰ ਮੰਨਦਾ, ਪਰ ਮੁੱਦਾ ਇਹ ਹੈ ਕਿ ਇਹ ਬੜਾ ਟੈਂਪਰੇਰੀ ਜਿਹਾ ਫੇਜ਼ ਹੈ। ਜੇ ਪੋਲਿਊਸ਼ਨ ਇੰਝ ਹੀ ਚੱਲਦਾ ਰਿਹਾ, ਬੱਚੇ ਜਿੰਨੇ ਪੈਦਾ ਹੋਣਗੇ ਬਿਮਾਰ ਪੈਦਾ ਹੋਣਗੇ ਤੇ ਇੰਨੇ ਬਿਮਾਰ ਪੈਦਾ ਹੋਣਗੇ ਕਿ ਉਹ ਵਿਚਾਰੇ ਸਾਰੇ ਦੇ ਸਾਰੇ ਸਾਡੀ ਜਨਰੇਸ਼ਨ ਨੂੰ ਕੋਸਣਗੇ। ਨਹੀਂ, ਮੈਂ ਤੁਹਾਡੇ ਤੋਂ ਇਹ ਸਵਾਲ ਲੈਣਾ ਚਾਹੁੰਦਾ ਸੀ, ਜਿਹੜੇ IVF ਸਾਡੇ ਸੈਂਟਰ ਖੁੱਲ੍ਹਦੇ ਪਏ ਆ ਬਹੁਤ ਜ਼ਿਆਦਾ, ਕੀ ਉਹ ਇਸੇ ਚੌਗਿਰਦਾ ਖਰਾਬ ਦਾ ਨਤੀਜਾ ਤੁਸੀਂ ਮੰਨਦੇ ਹੋ? ਐਬਸੋਲੂਟਲੀ। ਇਹ ਬੜਾ ਸੀਰੀਅਸ ਕੰਸਰਨ ਹੈ ਸਰ। in the air, toxics in the air is poison in the air. Toxic in water is poison is going into your body. Toxic हवा का, पानी का, ये साडे जिस्म जा रहा है ना, तो ये साडी फर्टिलिटी ਨੂੰ, ਸਾਡੀ ਟੋਟਲ ਫਿਜ਼ੀਕਲ ਹੈਲਥ ਨੂੰ, ਮੈਂਟਲ ਹੈਲਥ ਨੂੰ, ਵਿਜ਼ੂਅਲ ਹੈਲਥ ਨੂੰ ਇਫੈਕਟ ਨਹੀਂ ਕਰ ਰਿਹਾ? ਕਿ ਤੁਹਾਡਾ ਕੀ ਮੰਨਣਾ ਹੈ ਕਿ ਇਹ ਕੋਈ ਫਰਕ ਨਹੀਂ ਪੈਂਦਾ? ਇੱਕ ਛੋਟੀ ਜਿਹੀ ਸਲਾਈਡ ਹੈ, ਇਨਫੈਕਟ ਮੈਂ ਅਕਸਰ ਇਹ ਟਾਕਸ ਦਿੰਦਾ, ਤੇ ਕੋਈ 8 ਸਾਲ ਪਹਿਲੇ ਮੈਂ ਗੁੜਗਾਉਂ 'ਚ ਇੱਕ ਬਿਜ਼ਨਸ ਸਕੂਲ 'ਚ ਟਾਕ ਦਿੱਤੀ ਸੀ ਕਿ ਇੰਡੀਆ ਟੁਡੇ ਨੇ ਇੱਕ ਟੌਕਸਿਨਸ ਇਨ ਦ ਏਅਰ ਕਰਕੇ ਬਣਾਇਆ ਸੀਗਾ ਕਾਰਟੂਨ, ਉਹਦੇ 'ਚ ਉਹਨੇ ਦਿਖਾਇਆ ਹੋਇਆ ਹੈ। ਇਹ ਮੇਰੇ ਫੇਸਬੁੱਕ 'ਤੇ ਲੱਗਿਆ ਹੋਇਆ ਟੌਕਸਿਨ ਦੇ। ਇਹ ਮੈਂ ਆਪਣੇ ਲੈਕਚਰਸ ਨੋਰਮਲੀ ਯੂਜ਼ ਕਰਦਾ ਤੇ ਉੱਥੇ ਮੈਂ ਇਹੀਓ ਵਰਡ ਬੋਲਦਾ, ਆਵਾ ਊਤ ਗਿਆ ਸਾਡਾ ਪੂਰਾ ਦਾ ਪੂਰਾ, ਪੂਰੀ ਬਾਡੀ ਦਾ, ਬਿਕੋਜ਼ ਆਫ ਪੋਲਿਊਸ਼ਨ। ਜਿਹੜਾ ਸਾਡਾ ਗਰਾਊਂਡ ਵਾਟਰ ਹੈ ਸਰ, ਉਹਦੇ ਬਾਰੇ ਤੁਸੀਂ ਬੜੀ ਚਿੰਤਾ ਕਰਦੇ ਹੋ। ਧਰਤੀ ਹੇਠਲਾ ਪਾਣੀ ਵੀ ਅਸੀਂ ਕਹਿ ਰਹੇ ਗੰਦਲਾ ਕਰ ਰਹੇ ਹਾਂ। ਇਹ ਸਵਾਲ ਪੁੱਛਣ ਦੀ ਤੇ ਲੋੜ ਹੀ ਨਹੀਂ। ਅਸੀਂ ਗੰਦਲਾ ਨਹੀਂ, ਉਹਨੂੰ ਪੋਇਜ਼ਨਸ ਕਰ ਚੁੱਕੇ ਹਾਂ। ਲੁਧਿਆਣਾ ਬੁੱਢਾ ਨਾਲਾ ਆਪਾਂ ਇੰਨਾ ਪੋਲਿਊਸ਼ਨ ਸੁੱਟਿਆ ਹੈ ਕਿ ਉਹ ਗਰਾਊਂਡ ਵਾਟਰ ਚਲਾ ਗਿਆ। ਓਨਲੀ ਸੋਲਿਊਸ਼ਨ ਟੂ ਪੋਲਿਊਸ਼ਨ ਇਜ਼ ਡਾਇਲੂਸ਼ਨ। ਉਹ ਅੰਮ੍ਰਿਤ ਜਿਹੜਾ ਵਰਸਦਾ ਹੈ ਉਹ ਕਿੰਨਾ ਵਰਸੇਗਾ? ਆਪਾਂ ਤੇ ਖੂਬ ਸਿੱਟ ਰਹੇ ਹਾਂ ਨਦੀਆਂ ਨਾਲਿਆਂ 'ਚ। ਤੇ ਸਾਡੀ ਸਭਿਅਤਾ ਹੈ ਆਪਾਂ ਪਹਾੜਾਂ ਦੀ ਤੇ ਪਾਣੀ ਦੀ, ਚਸ਼ਮਿਆਂ ਦੀ, ਨਦੀਆਂ ਦੀ ਪੂਜਾ ਕਰਦੇ ਹਾਂ। ਸਾਡੇ ਸਾਰੇ ਪੂਜਾ ਸਥਲ ਉੱਥੇ ਹੀ ਨੇ। ਤੇ ਉੱਥੇ ਆਪਾਂ ਕੀ ਪਾਇਆ? ਵੀ ਆਰ ਥਰੋਇੰਗ ਸ਼ਿਟ ਇਨਟੂ ਆਲ ਆਵਰ ਲੇਕਸ ਐਂਡ ਰਿਵਰਸ। ਪਿਓਰ ਸ਼ਿਟ, ਇੰਡਸਟਰੀਅਲ ਸ਼ਿਟ, ਨੋ ਪ੍ਰੋਸੈਸਿੰਗ। ਨਹੀਂ, ਉਹਨੂੰ ਰੋਕਿਆ ਕਿਵੇਂ ਜਾ ਸਕਦਾ ਸਰ? ਮੇਰਾ ਸਵਾਲ ਤਾਂ ਇਹ ਹੈ। ਕੌਣ ਰੋकेगा? हाँ, पढ़ाई लिखाई होगी तो आवाज़ उठेगी, पढ़ाई लिखाई जेन्युइन होगी तो आवाज़ उठेगी। अगर आवाज़ नहीं उठेगी
तो क्या हम इतने कायरों का और इतने बेवकूफ़ों का देश हैं? नो। एक दिन होगा, अफसोस है देर बहुत हो गई, देर हो चुकी है, और मुझे कोई जल्दी नहीं लग रही, दिखती नहीं जल्दी उसको सुधारने की। चलो मैं देर नहीं करूँगा, मैं जल्दी वापस आ जाऊँगा। एक छोटा ब्रेक लेने, ब्रेक तो वापस आवांगे। बहुत सारे सवाल है ते सवाल लेने की कोशिश असी कर रहे हैं। ब्रेक तो बाद एक बार फिर थोड़ा स्वागत करते हैं। प्रोफेसर आलूवालिया सर, एक बार मैंने याद है, हो सकता मैं मेरी जानकारी ਵਿੱਚ कोई कमी होवे, ਸਾਡੇ देश ਦੇ ਵਿੱਚ महान विज्ञानी डॉक्टर APJ अब्दुल कलाम राष्ट्रपति रहे सी। उस वेले उन्होंने एक ਤੁਹਾਨੂੰ चिट्ठी लिखी सी, की मेरी जानकारी सही है? ऐसे किस्मत कहिए मेरी, एक आर्टिकल निक्का जा मैं लिखिया सीगा बैंगलोर करंट साइंस एक जर्नल है जरा CV रमन साहब ने शुरू किया सीगा। उस च भी अर्थ साइंसिस ते एनवायरमेंटल साइंसिस इस साडे देश की ईको हैरिटेज ते जियो हैरिटेज बारे गलबात सीगी कि ईको टूरिज्म और जियो टूरिज्म जे आपां प्रमोट करिए साइंटिफिकली पढ़ा लिखा के ते जागरूकता नाल, ते साडा देश भी जिवें अमरीका ग्रैंड कैनियन तो खरबां पैसे कमांदा है, नायगरा फॉल तो आस्ट्रेलिया उत्थे ग्रेट बैरियर रीफ तो एल्पाइन पूरी दी पूरी यूरोपीयन कंट्रीज़ इन्ने सारे करोड़ां कमाई है। आपां नूं नहीं हैगी। साडा अद्भुत यूनीक हिमालयन माउंटेन रेंज है, तो आपां इत्थे कोई ऑर्गेनाइज्ड ईको टूरिज्म जियो टूरिज्म नहीं करते। क्यों नहीं करते? ये सवाल मैं चुक्या सीगा। ते उस च मैं ये लिखिया सीगा जिस देश का राष्ट्रपति अब्दुल कलाम होए ते प्रधानमंत्री डॉक्टर मनमोहन सिंह होए, उत्थे ये सोच ना आए, कुछ जचदा नहीं। एक ललकार मारी सीगी मैं सिस्टम नूं, ते बड़ी खुशी हुई कि एक इन्ने बड़े राष्ट्रपति जी ने एक छोटे जे मास्टर दी यूनिवर्सिटी दे प्रोफैसर दी आर्टिकल पढ़िया ते मेल पाई, ते मैं जाके उन्हां नाल गलबात की 40-45 मिनट, तो मैं ये सारी गल उन्होंने दसी। उन्होंने मेरी मुलाकात सैकटरी अर्थ साइंसिस नाल कराई, फ़ोन किया मेरे सामने ही, मेरी गल कराई अपने दफ्तर तो ही, तो सारी गल हुई। पर जे उस लैवल का बंदा बोलन दे बाद, एक टीचर दी सैकटरी अर्थ साइंसिस नाल गल कराने दे बाद गल अगे नहीं गई। ये 2007 दी शायद 10 अप्रैल की गल है जो साडी मुलाकात हुई सी, तो अज तक मामला तो उत्थे ही है। तो शायद पोल्यूशन इन्ना नहीं सीगा दिल्ली च। मैं यही चीज़ समझना चाਹੁੰਦਾ सर ਤੁਹਾਡੇ ਤੋਂ। ਅਸੀਂ ਵਿਗਿਆਨ ਦੀ ਗੱਲ ਬਹੁਤ ਵੱਡੇ ਪੱਧਰ ਤੇ ਕਰਦੇ ਹਾਂ, ਇਸਰੋ ਨਾਸਾ ਅਸੀਂ ਇਸ ਤੱਕ ਗੱਲ ਕਰਦੇ ਹਾਂ। ਤੁਸੀਂ ਮਿਸ਼ਨ ਚੰਦਰਯਾਨ ਦੀ ਵੀ ਗੱਲ ਕੀਤੀ ਹੈ ਸ਼ੁਰੂਆਤ ਦੇ ਵਿੱਚ। ਵਿਗਿਆਨ ਦੇ ਅਸੀਂ ਨੇੜੇ ਆ ਜਾਂ ਵਿਗਿਆਨ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ? ਦੋਨੋਂ ਹੀ ਚੀਜ਼ਾਂ ਸੱਚ ਨੇ। ਅਸੀਂ ਵਿਗਿਆਨ ਦੇ ਬਹੁਤ ਬੜੇ ਬੜੇ ਟੌਪ ਦੇ ਸਾਇੰਟਿਸਟ ਸਾਡੇ ਪਹਿਲੇ ਵੀ ਹੋਏ ਨੇ, ਅੱਜ ਵੀ ਹੈਗੇ। कमी किधर हैगी? शायद साड़ी स्कूल एजुकेशन दा स्टैंडर्ड असी यूनीफॉर्मली चक्या नहीं हैगा, उन्होंने उठाने की लोड़ है स्टैंडर्ड की। तो टीचर्स नूं एजुकेशन ते आपां नूं बहुत ज़्यादा सानूं बजट देने की लोड़ है। एजुकेशन ते हैल्थ, जे हैल्थ ते फोकस है तो आपे एजुकेशन ते आ जाएगा। साडे देश में तो न्यू एजुकेशन पॉलिसी भी आ गई है। उस च एक गल बड़ी चंगी सीगी कि रीजनल लैंग्वेजेस विच पढ़ाना, क्योंकि मैं बहुत बार ये गल कही है कि हिंदी अंग्रेजी कहदा नहीं तो वो जोश मेरा ठंडा हो जाएगा थोड़ा जा, मेरी लैंग्वेज अगर कमज़ोर रही। नहीं बोलो। यू कैन नॉट टीच दिस वर्ड दिस कंट्री, इस देश को आप अंग्रेज़ी में नहीं पढ़ा सकते। मातृभाषा से बढ़िया कोई भाषा नहीं होती पढ़ाने के लिए। आप बंगला में पढ़ाइए, तेलुगु में पढ़ाइए, तमिल में पढ़ाइए, हिंदी में पढ़ाइए, भोजपुरी में पढ़ाइए। ये स्कूल के बच्चे हैं, उनके ऊपर ये मॉडल स्कूल का ठप्पा लगा के अंग्रेज़ी में ना पढ़ाइए। वो पढ़ाई है ही नहीं। मेरे ख्याल से वो पढ़ाई इसलिए फेल हो रही है। नहीं हुण सिस्टम बदल चुका। क्या बदला? कुछ नहीं बदला। और बदलते बदलते तो तुम भी बुढ़े हो जाओगे, मैं दुनिया छोड़ जाऊँगा। ऐसे नहीं बदलता है।
नहीं ਪ੍ਰੈਸ ਵਾਲ ਵਾਲੀ ਜਿੰਨੇ ਵਾਰ ਵੀ ਮੈਂ ਤੁਸੀਂ ਸਾਡੇ ਪ੍ਰੋਗਰਾਮਾਂ 'ਚ ਵੀ ਆਏ ਹੋ, ਡਿਬੇਟਸ ਵਿੱਚ ਵੀ ਸ਼ਾਮਲ ਹੁੰਦੇ ਹੋ, ਮੈਨੂੰ ਇਹ ਲੱਗਦਾ ਕਿ ਤੁਸੀਂ ਜਿਸ ਤਰੀਕੇ ਨਾਲ ਸਾਰਾ ਕੁਝ ਦੱਸਦੇ ਹੋ ਸਾਨੂੰ ਡਰ ਲੱਗਣ ਲੱਗ ਪੈਂਦਾ, ਪਤਾ ਨਹੀਂ ਮੈਂ ਸਵੇਰੇ उठूंगा कि नहीं उठूंगा। नो आई एम सॉरी टू से, डर लगता तो ठीक हो जाते ना, डर नहीं लगता किसी को भी। 2 मिनट की बात होती है, वो कहते हैं प्रोफेसर यार ऐसे बोला ब्ला ब्ला ब्ला। कई बार तो हुआ भी है कि मेरे को लोगों ने हड़काया भी है इस डिस्कशन में, क्या आप इमोशनल बातें कर रहे हो, बी लॉजिकल। बात सांस की थी, somebody was telling me be logical। मैंने इतना ही कहा कि यार सांस का मामला है, तुम्हारे बच्चे मर जा रहे हैं, तुम्हारे बुजुर्ग बीमार होने वाले हैं, एंड यू आर नॉट बीइंग इमोशनल अबाउट योर ब्रीदिंग। कैसा लॉजिक है यार तुम्हारा? जिंदगी मौत को तुम लॉजिक की बात कर रहे हो, सांस नहीं आ रही हो और आप वहां लॉजिक की बात कर रहे हो। इज इट नॉट लॉजिकल टू हैव गुड ब्रीदिंग, गुड वाटर टू ड्रिंक? नहीं ਪ੍ਰੈਸ ਸਭ ਸਵਾਲ ਇਹ ਵੀ ਹੈ ਕਿ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਤੱਕ ਜਾਂਦਾ ਉੱਥੇ ਸਵਾਲ ਉੱਠਦੇ ਆ ਕਿ এনवायरमेंट ਪੋਲੂਟ ਕੌਣ ਕਰ ਰਿਹਾ। এনवायरमेंट ਪੋਲੂਟ ਕਰਦੇ ਆ ਇੰਡਸਟਰੀ ਕਰਦੀ ਹੈ, ਸਾਡੇ ਵਹੀਕਲ ਕਰਦੇ ਆ, 51%, 12%, 18% ਇਹ ਰੇਸ਼ੋ ਕੱਢੀ ਜਾਂਦੀ ਹੈ। ਜਿਹੜਾ ਬਾਕੀ ਰਹਿ ਜਾਂਦਾ ਤੇ ਸਭ ਤੋਂ ਜ਼ਿਆਦਾ ਬਲੇਮ ਹੈ ਜਿਹੜਾ ਉਹ ਕਿਸਾਨ ਤੇ। ਹਾਲਾਂਕਿ ਜਿਹੜੀ ਕੰਸਟਰਕਸ਼ਨ ਵਰਕ ਆ ਉਹ ਵੀ 7%, 8% ਪੋਲੂਟ ਕਰਦੀ ਪਈ ਹੈ। ਉਹ ਜਿਹੜੀ ਸਾਡੀ ਰਿਪੋਰਟ ਹੈ, ਮੈਂ ਰਿਪੋਰਟ ਦੀ ਗੱਲ ਕਰ ਰਿਹਾ, ਉਸ ਦਾ ਹਵਾਲਾ ਦੇ ਰਿਹਾ, ਪਰ ਅਸੀਂ ਵਿਲਨ ਹੈ ਕਿਸਾਨ ਨੂੰ ਬਣਾ ਕੇ ਪੇਸ਼ ਕਰਦੇ ਪਏ ਹਾਂ। बेईमानी कहूँ इसको या चुस्ती कहूँ किसी की, किसान विलेन नहीं है। किसान इज द ग्रेटेस्ट विक्टिम ऑफ आवर सिस्टम, और विलेन वो अमीरजादे हैं और उनके चमचे हैं, वही लोग हैं विलेन। आई डोंट वांट टू टॉक मच अबाउट इट बिकॉज फिर हो जाएगा कि साहब मैंने राजनीति की बात की है। मैं सिर्फ ये कहता हूँ सुप्रीम कोर्ट को भी छोड़ो, ये वाला कोर्ट जो आपके दिल का कोर्ट है ना, आप थिंक लोकली, एक्ट लोकली, दैट वुड बी इनफ। हम अपने घर में सिस्टम ठीक कर लें, गांव में ठीक कर लें, शहर में ठीक कर लें, देश को छोड़ देते हैं। डोंट थिंक ग्लोबली। अरे यार बचेंगे ही नहीं अगर लोकल बिल्कुल बेड़ागर हो जाएगा, सांस नहीं आएगा। ग्लोबल वाले तो बड़े सही हैं, बाहर वाले तो बड़े सही हैं। कनाडा में तो कितना था, 5 था जो पोल्यूशन का इंडेक्स था। यहाँ चंडीगढ़ में मेरे को आगे पोल्यूशन लगने लगा, जो इतना बढ़िया शहर गिना जाता था। नाउ इवन चंडीगढ़ इज अमंग द 100 मोस्ट पॉल्यूटेड सिटीज ऑफ द कंट्री। इवन चंडीगढ़, वो जगतपुरा से आ रहा पोल्यूशन मेरे घर में, उधर से आ रहा है मोहाली के स्टेडियम के परे से। तो आई थिंक बड़ा मुश्किल काम है, बट आई फील वो जो टॉप से आएगा, सुप्रीम कोर्ट करेगा, भारत सरकार करेगी, और चंडीगढ़ से चीफ मिनिस्टर करेंगे, वो नहीं होने वाला। होता तो हो जाना था, वो नहीं होने वाला। ਤੁਸੀਂ ਇੰਨੀਆਂ ਕਮੇਟੀਜ਼ ਵਿੱਚ ਰਹੇ ਹੋ, ਇੰਟਰਨੈਸ਼ਨਲ ਕਮੇਟੀਜ਼ ਵਿੱਚ ਤੁਸੀਂ ਜਾ ਕੇ ਆਏ ਹੋ, ਤੁਹਾਡੀ ਗੱਲ ਇੱਥੇ ਕੋਈ ਨਹੀਂ ਸੁਣਦਾ? किसी की बात कोई नहीं सुनता, बिकॉज लेक्चरबाजी करके छोड़ जाते हैं। इवन आज की अपनी बातचीत है, इसका क्या असर होगा मुझे नहीं मालूम, पर मैं हमेशा आशावादी रहता हूँ और एक नज़रिए से बात कहता हूँ। और अकेला भी, इफ़ आई एम द ओनली मैन इन द वर्ल्ड सेइंग दिस, आई विल से दिस व्हाट दे सेड दैट यदि तेरे डाक सुने के ना आशे एकला चलो रे, एकला चलो रे, एकला चलो रे। अगर कोई आपकी बात नहीं सुन रहा, अकेले अपने लेक्चर विच भी ये चीजें बोलते हो। अकेले चलने का दम रखिए। भाड़ में गया जमाना अगर नहीं सुनता तो सुनेगा, एक दिन उनको सबको अकल आएगी। गांधी जी ने भी यही कहा था, गुरुदेव रविंद्रनाथ टैगोर ने ये लिखा था, और यही परम सत्य है कि हर बच्चे को, हर गांव के, हर फैमिली को ये करना होगा कि गांव को बचा लीजिए, तभी शहर बचेगा। चलो पिंडा में जाना पूछा, आप जाना नहीं पड़ेगा, वही आपका बेसिस है, बाकी कुछ नहीं है, बाकी सब बकवास है। मैं एक छोटा ब्रेक ले रहे हैं, तो ब्रेक तो वापस आवांगे। ਅਸੀਂ ਪਿੰਡਾਂ ਦੀ ਗੱਲ ਕਰਨੀ ਭੁੱਲਦੇ ਜਾ ਰਹੇ ਹਾਂ ਤੇ ਕਹਿੰਦੇ ਪਿੰਡਾਂ 'ਚ ਹੀ ਅਸੀਂ ਕੁਦਰਤ ਨੂੰ ਵਸਾਇਆ ਹੋਇਆ ਤੇ ਉੱਥੇ ਹੀ ਕੁਦਰਤ ਸਾਨੂੰ ਵਾਸਾ ਦਿੰਦੀ ਹੈ। ਤੇ ਪ੍ਰੈਸ ਅਰੁਣਦੀਪ ਆਹਲੂਵਾਲੀਆ ਇਹ ਕਹਿ ਰਿਹਾ ਸਾਨੂੰ ਉੱਥੇ ਮੁੜਨਾ ਪਊਗਾ ਤੇ ਮੁੜ ਕੇ ਅਸੀਂ ਵਾਪਸ ਆ ਰਹੇ ਹਾਂ ਜਲਦੀ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਪ੍ਰੋਫੈਸਰ ਆਹਲੂਵਾਲੀਆ ਸਾਨੂੰ ਕਹਿ ਰਿਹਾ ਕਿ ਬਹੁਤ ਸੰਜੀਦਾ ਵਿਸ਼ਾ ਹੈ ਜਿਨ 'ਤੇ ਅਸੀਂ ਚਰਚਾ ਕਰ ਰਹੇ ਹਾਂ, ਪਰ ਇਹ ਚਰਚਾ ਨੂੰ ਕਿੰਨੇ ਲੋਕ ਹੈ ਉਹ ਤਵੱਜੋ ਦੇਣਗੇ, ਇਹ ਵੀ ਉਹਨਾਂ ਵਿੱਚ, ਉਹਨਾਂ ਦੇ ਮਨ ਵਿੱਚ ਸਵਾਲ ਹੈਗਾ। ਪ੍ਰੋਫੈਸਰ ਆਹਲੂਵਾਲੀਆ, ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਤੁਸੀਂ ਵੈਸੇ ਬੜੇ ਖੁਸ਼ ਮਿਜਾਜ਼ ਹੋ, ਪਰ ਚੁਗਿਰਦੇ ਦੇ ਮੁੱਦੇ ਤੁਸੀਂ ਉਦਾਸ ਹੋ ਜਾਂਦੇ ਹੋ, ਗੁੱਸੇ ਵੀ ਹੋ ਜਾਂਦੇ ਹੋ।
मैं थोड़ा जिहा तुहाडे नाल निजी गल कर लवां। तुसीं कुदरत दी गोद विच पढ़े हो, उत्थे रहे हो, तुसीं बड़े साल तुसीं उत्थे बिताए आ, ਜਿਹੜੀਆਂ चट्टानां उन्हां नाल तुसीं गल्लां करदे हुंदे सी ते ਉਹ ਗੱਲਾਂ ਦੇ ਵਿਚਾਲੇ कदे मन अज ये कहता कि मैं कुछ गुणगुना लवां? अभी तो जो कहानी है ना, वो केएल सहगल का गीत जो है, गम दिए मुस्तकिल कितना नाजुक है दिल ये न जाना, हाय हाय ये ना जालिम जमाना। इस वक्त तो ये वाला है आइडिया दिल में, बट बेसिक आइडिया वही है जो तोरे ढाक्ष ने क्यों ना आशे तो भी अकल चोरो है। देखो सॉल्यूशन अल्टीमेटली गांव में निकलेगा। अनफॉर्चुनेटली villages are getting extinct, are getting decimated. बड़े बड़े अमीरजादे वहाँ पे नज़र गाड़ रहे हैं किसान की ऐसी की तैसी करने को, खेतों की ऐसी की तैसी करने को। तो we have to protect the villages. In fact, we are going back to Gandhi ji. If we have to survive, we have to go back to that concept. गांव को बचाइए, गांव को सुधारिए, गांव को संवारिए, गांव को संजो के रखिए, दिल से लगा के रखिए। और अल्टीमेटली फ्लैट मेरा चंडीगढ़ में, मेरे को भी एक दिन जगतपुरा में जाके कमरा लेना पड़ेगा रहने के लिए। हो सकता है इंडिया हैज़ दी कैपेसिटी, इतना बड़ा हिमालयन टेरेन है, इतना बड़ा आइलैंड टेरिटरी है, अंडमान्स, इतनी कोस्टल एरियाज हैं, where we can have sustainable good life. If we do our urbanization planning afresh, reorient, decongest our cities. दिल्ली का गैस का चैम्बर, इनफैक्ट जब ये पूरा दिल्ली की एक्सपेंशन हो रही थी, न्यू पार्लियामेंट हाउस की और बड़ी बड़ी बातें हो रही थी, तब फॉर डिफरेंट रीजंस हमने ये बोला था डाउन साउथ आप एक एडिशनल कैपिटल बनाइए जरूर। इवन फिलीपीन ने एडिशनल रखी हुई थी बिकॉज ऑफ डिजास्टर्स। नहीं साढ़े को सर इन्नी, मैं फिर गल करदा, साढ़े को इन्नी पापूलेशन है, तुसीं कह रहे हो कि पिंडां वल सानूं वापस जाना पਊਗਾ। ਜਿਹੜੇ ਪਿੰਡ ਹੈ, ਪਿੰਡ ਇਸ ਤਰੀਕੇ ਨਾਲ ਹੋ ਗਿਆ ਕਿ ਉਹ ਸ਼ਹਿਰਾਂ ਨਾਲ ਜੁੜਨ ਲੱਗ ਪਏ ਆ। ਸਾਡਾ ਜਿਹੜਾ ਮਾਡਲ ਇਹੋ ਜਿਹਾ, ਇੰਨੀ ਪਾਪੂਲੇਸ਼ਨ ਨੂੰ ਅਸੀਂ ਲੈ ਕੇ ਕਿੱਥੇ ਜਾਵਾਂਗੇ? ਸਾਡੇ ਕੋਲ ਇੰਨੀ ਲੈਂਡ ਤਾਂ ਹੈ ਨਹੀਂ ਹੁਣ, ਕਿ ਹੈਗੀ ਹੈ? ਤੇ ਫਿਰ ਇੱਥੋਂ ਜਦੋਂ ਪ੍ਰਵਾਸ ਕੀਤਾ ਜਾਂਦਾ ਹੁਣ ਤੇ ਵੀ ਸਵਾਲ ਚੁੱਕਦੇ ਹਾਂ ਅਸੀਂ, ਪ੍ਰਵਾਸ क्यों करके? लैंड की कोई कमी कभी होती नहीं है। यू विल गो वर्टिकली, आप यू आइडियली यू शुड गो लेटरली, थोड़ा ऐसे ऐसे करके ही जाना होगा। और लॉन्ग रन में जो पॉपुलेशन की प्रॉब्लम है अब पे ख़त्म हो जाएगी। एक पिक्चर देखी थी मैंने 2013 में पेंसिल्वेनिया में, प्लैनेट विदाउट अ मैन। पिक्चर का निष्कर्ष ये था, धरती बहुत सुंदर होगी जब इंसान चला जाएगा, और चला जाएगा एक दिन। अपनी करतूतों से, अपने हाथ से अपना गला घोंट के इंसान जा रहा है। यही है मेरा संदेश। आप अपने आप को ज़्यादा चौड़े हो गए, ज़्यादा 30 मार का फन्ने खाना समझो। आप ऑलरेडी अपने बेड़ा गर्क का इंतजाम कर चुके हो। आप अपने ही बच्चों का बेड़ा गर्क अपने ही हाथों से कर चुके हो। इस इंसान से, इस जनरेशन से बड़ा पापी कोई नहीं, बिकॉज अपने ही पोतों का, पड़पोतों का इंतजाम कर चुके हैं कि वो पैदा हों तो ईमानदार, बीमार पैदा हों। और पुण्य कमाने के चक्कर में हम रहते हैं, इससे बड़ा पुण्य कोई नहीं। बेजुबानों के लिए जुबान उठाइए, आवाज़ दीजिए। इट्स टाइम टू वेक अप, इट्स टाइम टू शेक अप, इट्स टाइम टू चेंज। ये एक गाना था एल गोर की उस मूवी का, उसमें बाकी तो राजनीति थी पर ये बड़ा सेंसिबल चीज़ थी। एंड गिव करेज टू दोज हु डोंट हैव द करेज टू चेंज। ਤੇ ਸਰ ਜਿਹੜੇ ਤੁਸੀਂ ਗਾਣੇ ਦਾ ਜ਼ਿਕਰ ਕਰਦੇ ਹੋ, ਉਹ ਗਾਣੇ ਸਾਡੀਆਂ ਚਿੜੀਆਂ ਵੀ ਗਾਉਂਦੀਆਂ ਸੀ ਸਾਡੇ ਲਈ, ਕੋਇਲਾਂ ਵੀ ਗੁਣਗੁਣਾਉਂਦੀਆਂ ਸੀਗੀਆਂ, ਉਹਨਾਂ ਨੂੰ ਅਸੀਂ ਵਾਪਸ ਕਿਵੇਂ ਲੈ ਕੇ ਆਵਾਂਗੇ? प्यार करिए उनसे थोड़ा सा, पहले प्यार करिए। प्यार करेंगे तो उनको बचा लेंगे आप। ਤੁਸੀਂ ਤਾਂ ਕਹਿ ਰਹੇ ਹੋ ਅਸੀਂ ਆਪਦੇ ਆਪ ਨੂੰ ਪਿਆਰ ਨਹੀਂ ਕਰਦੇ ਪਿਆ। नहीं करते, नहीं करते, नहीं करते। जिन लोगों ने अपने पैसे फूक के पटाके बजाए दिल्ली में,
वो बच्चों से प्यार करते हैं। दुनिया के महामूर्खों में वही लोग शामिल हैं जिन्होंने अपने पैसे भी फूके और फेफड़ों में जहर भरा। दिल्ली वालों के सारों के फेफड़े तो काले हैं, ये तो हिमाचल वालों के थोड़े से आपको पिंक मिल जाएंगे। कैन यू इमेजिन? बंदों ने अपनी किडनियां खराब की हैं, फेफड़े खराब किए हैं, हार्ट में गड़बड़ की है, ब्रेन का हिसाब किताब किया, हड्डियां खराब की हैं, स्किन को खराब किया है, ये इस एयर पॉल्यूशन से। मैं एक चीज़ ਤੁਹਾਡੇ ਤੋਂ ਸਮਝਣਾ ਚਾਹੁੰਦਾ, ਇਹ ਮੈਨੂੰ ਇਸ ਦੇ ਬਾਰੇ ਕੋਈ ਫੈਕਟ ਨਹੀਂ ਹੈਗੇ ਮੇਰੇ ਕੋਲੇ, ਪਰ ਮੈਂ ਇੱਕ ਗੱਲ ਸੁਣੀ ਸੀ ਕਿਸੇ ਤੋਂ, ਮੈਂ ਉਹ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ। ਉਹ ਮੈਨੂੰ ਦੱਸ ਦਿਓ ਵੀ ਉਹ ਕਿਸ ਹੱਦ ਤੱਕ ਸਹੀ ਕਹਿ ਰਿਹਾ ਸੀ ਬੰਦਾ। ਬਹੁਤ ਸਾਲ ਪੁਰਾਣੀ ਗੱਲ ਹੈ। ਇੱਕ ਸ਼ਖਸ ਗੱਲ ਕਰ ਰਿਹਾ ਸੀ, ਕਹਿੰਦੇ ਵੀ ਕਿਸੇ ਭਾਰਤੀ ਨੂੰ ਜੇ ਮਰੇ ਹੋਏ ਨੂੰ ਅਸੀਂ ਜੇ ਉਹਦੀ ਰਿਸਰਚ ਕੀਤੀ ਜਾਵੇ, ਉਹਦਾ ਵਿਚਲਾ ਜੇ ਅਸੀਂ ਜ਼ਹਿਰ ਕੱਢ ਕੇ ਕਿਸੇ ਬਾਹਰ ਕਿਸੇ ਸ਼ਖਸ ਨੂੰ ਦੇ ਦਿੱਤਾ ਜਾਵੇ ਤਾਂ ਉਹ ਮਰ ਜੂਗਾ, ਜੋ ਇੰਨਾ ਜ਼ਹਿਰ ਆ ਸਾਡੇ ਵਿੱਚ। ਇਹ ਸੱਚ ਹੈ? इट्स ट्रू कि अपने एनसीआर रीजन में और पॉल्यूटेड कंट्रीज में अगर आप स्मोकर नहीं भी हैं तो पैसिव स्मोकर हैं आप। 10 सिगरेट या 30 सिगरेट के बराबर का धुआं आपके फेफड़ों में जा रहा है, आप ना करो सिगरेट, ना पियो। एंड एक और था आर्टिकल मैंने पढ़ा था कि कोई डिप्लोमेट वेंट टू डॉक्टर फॉर रूटीन चेकअप और उसने उसको बोला भैया अगर जिंदे रहना तो सिगरेट छोड़ दे। वो बोला यार मैं तो सिगरेट नहीं पीता। Then he said, अच्छा दिल्ली में पोस्टेड हूं मैं। सच्चाई ये है, एक्सपैट्स जो दिल्ली में पोस्ट होते हैं कंपनीज में, वो कोई ना कोई बहाना मार के छुट्टी पे रहते हैं। ढेर सारे डिप्लोमेट्स हमारे जो दिल्ली में हैं वो कोई ना कोई बहाना मार के इधर उधर रहते हैं, छुट्टी यहाँ गए वहाँ गए इधर उधर गए। नोबडी, इवन जो सोचते हैं ना एयर प्योरीफायर चला लेंगे कमरे में, अरे हमारे जैसे के कमरे कितनों के एयर टाइट हैं और कितने एयर प्योरीफायर चला लोगे? आपको सैर नहीं करनी, कहीं बाहर नहीं जाना, आपके बच्चों को स्कूल नहीं जाना। ये एक सच्चाई है कि वी आर कमिटिंग ए स्लो सुसाइड, और जानबूझ के, ये नहीं कि छुपी हुई बात। वी आर कमिटिंग स्लो सुसाइड एज ए जनरेशन एंड वी आर अरेंजिंग ए जेनोसाइड ऑफ आवर नेक्स्ट जनरेशन। नहीं प्रेस वाले भी ਤੁਸੀਂ ਇੱਕ ਗੱਲ ਬੜੀ ਮਹੱਤਵਪੂਰਨ ਕਹੀ ਹੈ। ਤੁਸੀਂ ਕਿਹਾ ਵੀ ਅਸੀਂ ਲੈਕਚਰ ਦਿੰਦੇ ਆ, ਉਹਨਾਂ ਦੇ ਉੱਤੇ ਇੰਨੀ ਤਵੱਜੋ ਨਹੀਂ ਦਿੱਤੀ ਜਾਂਦੀ। ਫਿਰ ਤੁਸੀਂ ਇੱਕ ਇਹ ਵੀ ਕਿਹਾ ਕਿ ਡਾਕਟਰ ਕਲਾਮ ਕੋਲ ਜੋ ਤੁਸੀਂ ਗਏ ਉਹਨਾਂ ਨੇ ਤੁਹਾਡੀ ਗਾਂ ਗੱਲਬਾਤ ਵੀ ਕਰਾਈ, ਮੀਟਿੰਗ ਵੀ ਕਰਾਈ, ਉਸ ਤੋਂ ਬਾਅਦ ਵੀ ਤੁਸੀਂ ਕਹਿੰਦੇ ਕੋਈ ਅਸਰ ਨਹੀਂ ਹੋਇਆ। ਪ੍ਰੈਸ ਵਾਲੀਆ ਮੈਨੂੰ ਇਹ ਲੱਗਦਾ ਪਿਆ ਕਿ ਜਦੋਂ ਅਸੀਂ ਇਹ ਗੱਲਬਾਤ let me I had said one thing, Earth sciences and environmental sciences की एजुकेशन हमारे देश में वो सुप्रीम कोर्ट के डंडे से हो रही है, वो पढ़ानी जरूरी है। इसलिए उसके मार्क्स नहीं कई बार काउंट होते कि नहीं होते मुझे मालूम नहीं, बट बड़ी कैजुअल पढ़ाई जा रही है, नेम सेक कार्रवाई के लिए। और अर्थ साइंसेज हमारे देश में सिर्फ 4% 5% यूनिवर्सिटीज और कॉलेज में पढ़ाई जाती है, 95% में पढ़ाई नहीं जाती। जो विकसित देश हैं, इवन चाइना जैसे, 100% स्कूलों में राइट फ्रॉम प्राइमरी स्कूल ऑनवर्ड्स अर्थ साइंसेज और एनवायरमेंटल साइंसेज एज ए टोटलिटी पढ़ाई जाती है। अगर आप पढ़ाते ही नहीं हो, वहाँ पे जो मुद्दा मैंने कलाम साहब के पास उठाया था और डॉक्टर गोयल जो अर्थ साइंसेज के सेक्रेटरी थे उस वक्त, ये था ए कंट्री विच इग्नोर्स इट्स अर्थ एंड एनवायरमेंटल साइंसेज एजुकेशन फ्रॉम प्राइमरी टू अप टू मास्टर्स लेवल इज डूम्ड टू बी डाउन ट्रॉडन एंड पुअर एंड अनहेल्दी। This is the issue which India and also adjoining countries have to face. Educate, 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 and universal education in earth and environmental sciences. Otherwise, we have no future. चांद पे जाओ, जो मर्जी करो, वो उससे कुछ नहीं होना। अपने देश का बेड़ा गर्क, और चांद पे एक भेज के तालियां मारने से क्या होगा? करो वो सब कुछ भी करो। मैं ही सवाल कर रहा सीगा, पहले ये करो। मैं ਜਦੋਂ ਤੁਸੀਂ ਬੋਲਦੇ ਹੋ, ਤੁਹਾਡੇ ਵਰਗੇ ਲੋਕ ਬੋਲਦੇ ਆ, ਤਾੜੀਆਂ ਤਾਂ ਉੱਥੇ ਬਹੁਤ ਵੱਜਦੀਆਂ ਹੋਣਗੀਆਂ ਜਿੱਥੇ ਤੁਸੀਂ ਬੋਲ ਕੇ ਆਉਂਦੇ ਹੋ। मुद्दा ये है, उसकी बात नहीं है। The total system has to have what I said, universal earth and environmental sciences education and also adult education in these fields. Because जो बेचारे स्कूल नहीं गए, कॉलेज नहीं गए, क्या उनको हक नहीं है जानकारी लेने का और पढ़ने का? हमारी एजुकेशन शुड बी इनफॉर्मल, मीडिया शुड हैव अ ग्रेट रोल इन दैट। मीडिया को आप देखिए तो एक आधा आपका जैसा चैनल होगा जो इस पे बात कर रहा है, हु टॉक्स अबाउट इट, हु टॉक्स, इट्स नॉट फैशनेबल टू टॉक ऑन दिस इशू। मैं एक आखिरी सवाल कर रहा, ਜਿਹੜਾ ਸਵਾਲ ਮੇਰਾ ਅਧੂਰਾ ਰਹਿ ਗਿਆ।
ਜਦੋਂ ਤੁਸੀਂ ਇੰਨਾ ਕੁਝ ਬੋਲਦੇ ਹੋ, ਤਾੜੀਆਂ ਬਹੁਤ ਵੱਜਦੀਆਂ, ਘਰੇ ਆ ਕੇ ਅਫਸੋਸ ਹੁੰਦਾ ਕਿ ਤਾੜੀਆਂ ਤੋਂ ਬਾਅਦ ਅੱਗੇ ਕੁਝ ਨਹੀਂ ਹੋਣਾ? नहीं, वो शुरुआत है। आई एम हैप्पी कि शुरुआत तो है। जम्मू में जिस दिन अपना वो बालाकोट हुआ था और एक ग्रेनेड चली थी जम्मू बस स्टैंड पे, 2-3 दिन बाद मेरा क्लस्टर यूनिवर्सिटी में टॉक थी। वहाँ पे मैंने ये मुद्दा उठाया कि अगर हम यूनिवर्सल एजुकेशन करें एनवायरमेंटल अर्थ साइंसेज की साउथ एशिया में, इन ऑल द हिमालयन इकोलॉजी नेशंस, एंड इफ वी हैव शेयर्ड इको टूरिज्म, जियो टूरिज्म अक्रॉस आवर बॉर्डर्स, यहाँ पे लड़ाई नहीं होगी, यहाँ पे रिसर्च होगी, डिजास्टर मैनेजमेंट होगी, वाटर मैनेजमेंट होगी इकट्ठे, और तंदुरुस्ती होगी और खुशी होगी। और जो ये करवा देगा, ही विल गेट 2 नोबेल प्राइजेज, वन फॉर साइंस, वन नोबेल प्राइज फॉर पीस। और उस दिन सच में वो कन्वेंशन सेंटर में वो कम से कम 2000 बच्चे थे और बड़े थे, उन खड़े होकर तालियां मारी थी। बहुत धन्यवाद सर। मैं उम्मीद करदा कि ਜਿਹੜਾ ਤੁਸੀਂ ਮਿਸ਼ਨ ਵੱਡਿਆ ਹੋਇਆ ਉਹਦੇ ਤਾੜੀਆਂ ਵੱਜਣ ਕਿਸੇ ਦੇ। Thank you so much. God bless. I'm so happy you raised this issue. Thank you sir. You focus on it. Thank you sir. I hope all others do. Thank you sir. ਇਹ ਸਨ ਪ੍ਰੋਫੈਸਰ ਅਰੁਣਦੀਪ ਆਲੂਵਾਲੀਆ, ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਦੱਸਿਆ। ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਹੈ, ਇਗਨੋਰੈਂਸ ਸਾਨੂੰ ਨਹੀਂ ਚਾਹੀਦੀ, ਐਜੂਕੇਸ਼ਨ ਚਾਹੀਦੀ ਹੈ। ਸੋ ਸਾਨੂੰ ਅੱਜ ਤੋਂ ਅਵੇਅਰਨੈਸ ਦੇਣੀ ਚਾਹੀਦੀ ਹੈ, ਵੰਡਣੀ ਚਾਹੀਦੀ ਹੈ। ਆਪਦੇ ਆਪ ਨਾਲ ਵੀ ਪਿਆਰ ਕਰੋ ਤੇ ਕੁਦਰਤ ਨਾਲ ਵੀ ਪਿਆਰ ਕਰੋ। ਮੈਂ ਵੀ ਅੱਜ ਤੋਂ ਕੋਸ਼ਿਸ਼ ਕਰੂੰਗਾ। ਬਹੁਤ ਧੰਨਵਾਦ।